ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ 11ਵੀਂ ਕਲਾਸ ਦੇ ਵਿਦਿਆਰਥੀਆਂ ਦਾ ਵਾਤਾਵਰਣ ਸਿੱਖਿਆ ਦੇ ਅੱਜ ਦੇ ਦੂਸਰੇ ਲੈਕਚਰ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਬੱਚੋਂ ਅਸੀਂ ਹੁਣ ਤੱਕ ਪਹਿਲਾ ਲੈਕਚਰ ਕੀਤਾ ਉਹਦੇ ਵਿੱਚ ਅਸੀਂ ਇਹ ਪੜ੍ਹਿਆ ਕਿ ਵਿਕਾਸ ਕੀ ਹੈ, ਆਰਥਿਕ ਤੇ ਸਮਾਜਿਕ ਵਿਕਾਸ ਉਹ ਕੀ ਹੁੰਦੇ ਹੈ, ਉਹਨਾਂ ਤੋਂ ਕੀ ਭਾਵ ਹੈ ਔਰ ਉਹ ਕਿਸ ਤਰ੍ਹਾਂ ਇੱਕ ਦੂਜੇ ਦੇ ਪੂਰਕ ਹੈ ਔਰ ਉਹ ਵਿਕਾਸ ਦੇ ਨਾਲ ਕਿਵੇਂ ਵਿਕਾਸ ਨੂੰ ਪ੍ਰਭਾਵਿਤ ਕਰਦੇ ਹੈ। ਤਾਂ ਹੁਣ ਅੱਜ ਅਸੀਂ ਕਰਨਾ ਹੈ ਖੇਤੀਬਾੜੀ ਤੇ ਉਦਯੋਗ ਇਹ ਦੋ ਵੱਡੇ ਖੇਤਰਾਂ ਦੇ ਵਜੋਂ ਅਸੀਂ ਵਿਕਾਸ ਤੇ ਪੜ੍ਹਨਾ ਹੈ। ਇਹ ਵੀ ਦੋਨੋਂ ਇੱਕ ਦੂਜੇ ਦੇ ਪੂਰਕ ਹੈ ਔਰ ਇਹ ਵਿਕਾਸ ਨੂੰ ਪ੍ਰਭਾਵਿਤ ਕਰਦੇ ਆ। ਕਿਵੇਂ ਕਰਦੇ ਆ ਉਹ ਆਪਾਂ ਪੜਾਂਗੇ। ਤਾਂ ਦੇਖੋ, ਖੇਤੀਬਾੜੀ ਤੇ ਉਦਯੋਗ ਕਿਸੇ ਰਾਸ਼ਟਰ ਦੇ ਵਿਕਾਸ ਦੇ ਲਈ ਜ਼ਰੂਰੀ ਦੋ ਮੁੱਖ ਅੰਗ ਹਨ। ਦੋਨੋਂ ਹੀ ਕਿਸੇ ਦੇਸ਼ ਦੇ ਵਿੱਚ ਵਿਕਾਸ ਦੇ ਲਈ ਸਮਾਨ ਰੂਪ ਦੇ ਵਿੱਚ ਲੋੜੀਂਦੇ ਹਨ। ਹੁਣ ਸਭ ਤੋਂ ਪਹਿਲਾਂ ਆਪਾਂ ਖੇਤੀਬਾੜੀ ਕਰਦੇ ਹਾਂ। ਸੋ ਦੇਖੋ, ਖੇਤੀਬਾੜੀ ਉਹ ਜਦੋਂ ਮਨੁੱਖ ਇਸ ਧਰਤੀ ਦੇ ਉੱਤੇ ਆਇਆ ਤਾਂ ਉਦੋਂ ਉਹਨੂੰ ਖੇਤੀਬਾੜੀ ਦੇ ਬਾਰੇ ਨਹੀਂ ਪਤਾ ਸੀਗਾ। ਉਹ ਤਾਂ ਸ਼ਿਕਾਰ ਕਰਦਾ ਸੀਗਾ ਔਰ ਆਪਣਾ ਭੋਜਨ ਉਹਨੂੰ ਸੰਗ੍ਰਹਿਤ ਕਰਦਾ ਸੀ, ਇਕੱਠਾ ਕਰਦਾ ਸੀਗਾ ਤੇ ਫਿਰ ਕਈ ਦਿਨ ਸ਼ਿਕਾਰ ਤੋਂ ਬਾਅਦ ਉਹਨੂੰ ਖਾਂਦਾ ਰਹਿੰਦਾ ਸੀਗਾ। ਪਰ ਸਮਾਂ ਬੀਤਣ ਦੇ ਨਾਲ ਉਹਨੂੰ ਇਹ ਜੀਵਨ ਨਿਰਵਾਹ ਦੇ ਲਈ ਕੁਝ ਟਿਕਾਊ ਸਰੋਤ ਦੀ ਜ਼ਰੂਰਤ ਸੀਗੀ ਕਿ ਵੀ ਕੋਈ ਇਦਾਂ ਦਾ ਹੋਵੇ ਕਿ ਵੀ ਮੈਨੂੰ ਕਿਤੇ ਘੁੰਮਣਾ ਫਿਰਨਾ ਨਾ ਪਵੇ, ਭੋਜਨ ਦੀ ਭਾਲ ਦੇ ਵਿੱਚ ਇੱਧਰ ਉੱਧਰ ਨਾ ਜਾਣਾ ਪਵੇ ਤੇ ਮੈਂ ਉਹ ਬੈਠ ਕੇ ਹੀ ਆਪਣਾ ਭੋਜਨ ਦਾ ਸਰੋਤ ਕੁਝ ਬਣਾ ਲਵਾਂ। ਤਾਂ 10,000 ਸਾਲ ਪਹਿਲਾਂ ਕਿਸਾਨ ਉਸਨੇ ਇਸ ਨੂੰ ਜ਼ਮੀਨ ਨੂੰ ਵਾਹਣਾ, ਮਤਲਬ ਕਿਸਾਨੀ ਸਮਾਜ ਉਹਨੂੰ ਇੱਕ ਕਹਿ ਲਓ ਜਨਮ ਦਿੱਤਾ। ਤਾਂ ਮਸ਼ੀਨਰੀ ਦੀ ਵਰਤੋਂ ਤਾਂ ਉਦੋਂ ਹੈ ਹੀ ਨਹੀਂ ਸੀਗੀ, ਠੀਕ ਹੈ। ਸੋ ਇਹ ਕਿਸਾਨੀ ਸਮਾਜ ਹੋ ਗਿਆ। ਤਾਂ ਹੁਣ ਮਸ਼ੀਨਰੀ ਹੈ ਉਸ ਟਾਈਮ ਨਹੀਂ ਸੀਗੀ। ਤਾਂ ਉਹਨੇ ਕੁਝ ਸੰਦ ਉਹ ਆਪਣੇ ਹੱਥੀਂ ਬਣਾਏ ਹੋਏ ਸੀਗੇ। ਤਾਂ ਉਹਦੇ ਨਾਲ ਉਹਨੇ ਰਵਾਇਤੀ ਖੇਤੀਬਾੜੀ ਉਹ ਕਰਨੀ ਸ਼ੁਰੂ ਕਰ ਦਿੱਤੀ ਸੀਗੀ, ਠੀਕ ਹੈ। ਆਪਣੀ ਹੀ ਸਿੰਚਾਈ ਕਰਨ ਦੇ ਕੁਝ ਸਾਧਨ ਸੀਗੇ ਉਹਦੇ, ਤੇ ਨਾਲ ਉਹਨੇ ਪਸ਼ੂ ਧਨ ਨੂੰ ਵੀ ਪਾਲਣਾ ਸ਼ੁਰੂ ਕਰ ਦਿੱਤਾ, ਮੱਛੀ ਪਾਲਣਾ ਵੀ ਸ਼ੁਰੂ ਕਰ ਦਿੱਤਾ। ਤਾਂ ਇਸ ਤਰੀਕੇ ਦੇ ਨਾਲ ਉਹਦੇ ਕੋਲ ਇੱਕ ਟਿਕਾਊ ਭੋਜਨ ਦੇ ਸਰੋਤ ਉਹ ਆ ਗਏ। ਅੰਡੇ, ਜਿੱਦਾਂ ਮੁਰਗੀ ਪਾਲਣ ਦੇ ਨਾਲ ਅੰਡੇ ਵੀ ਆ ਗਏ, ਮੀਟ ਵੀ ਆ ਗਿਆ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਉਹਦੇ ਕੋਲ ਕਈ ਭੋਜਨ ਦੇ ਸਾਧਨ ਉਹ ਹੋ ਗਏ, ਠੀਕ ਹੈ। ਤਾਂ ਹੁਣ ਉਹਨਾਂ ਦਾ ਮੁੱਖ ਟੀਚਾ ਸੀਗਾ ਉਹ ਆਪਣੇ ਪਰਿਵਾਰਾਂ ਦੇ ਲਈ ਭੋਜਨ ਤੇ ਹੋਰ ਵਸਤਾਂ ਪੈਦਾ ਕਰਨਾ ਸੀਗਾ। ਫਿਰ ਵੀ ਜੇਕਰ ਉਹਨਾਂ ਦੇ ਕੋਲ ਵਾਧੂ ਫਸਲਾਂ ਹੁੰਦੀਆਂ ਸਨ ਤਾਂ ਉਹ ਬਹੁਤ ਛੋਟੇ ਪੱਧਰ ਦੇ ਉੱਪਰ ਵਪਾਰ ਦੇ ਲਈ ਵਰਤੀਆਂ ਜਾਂਦੀਆਂ ਸੀਗੀਆਂ। ਸੋ ਮਤਲਬ ਥੋੜਾ ਬਹੁਤ ਉਹ ਵਪਾਰ ਵੀ ਕਰ ਲੈਂਦੇ ਸੀ ਜੇ ਵਾਧੂ ਹੋਵੇ ਤਾਂ। ਹੁਣ ਖੇਤੀਬਾੜੀ ਜਿੱਦਾਂ ਸਮਾਂ ਬੀਤਿਆ ਤਾਂ ਉਹਦੇ 'ਚ ਟੈਕਨੋਲੋਜੀ ਆ ਗਈ, ਠੀਕ ਹੈ। ਟੈਕਨੋਲੋਜੀ ਦੀ ਉੱਨਤੀ ਹੋਈ ਤੇ ਖੇਤੀਬਾੜੀ ਦੇ ਲਈ ਮਸ਼ੀਨਾਂ ਆ ਗਈਆਂ। ਸਾਡੀ ਖੇਤੀਬਾੜੀ ਹੈ ਤਾਂ ਉਹਦਾ ਪੱਧਰ ਉਹ ਥੋੜਾ ਬਦਲ ਗਿਆ, ਠੀਕ ਹੈ, ਉੱਨਤ ਹੋ ਗਿਆ ਕਹਿ ਲਓ ਇੱਕ ਤਰ੍ਹਾਂ। ਤਾਂ ਉਹਦੇ ਵਿੱਚ ਬੀਜਾਂ ਦੀ ਵੀ ਨਵੀਆਂ ਵੈਰਾਈਟੀਜ਼ ਆ ਗਈਆਂ। ਸੋ ਸਾਡੇ ਕੋਲ ਰਸਾਇਣਿਕ ਖਾਦਾਂ ਆ ਗਈਆਂ, ਠੀਕ ਹੈ। ਮੰਡੀਆਂ ਵਿਕਸਿਤ ਹੋ ਗਈਆਂ। ਤਾਂ ਇਹ ਸਾਰੀਆਂ ਚੇਂਜਸ ਆਈਆਂ। ਸੋ ਖੇਤੀ ਦੀ ਮਸ਼ੀਨਰੀ ਦੇ ਵਿੱਚ ਨਵੀਂ ਤਕਨੀਕਾਂ ਆਮ ਹੋ ਗਈਆਂ ਅਤੇ ਖੇਤੀ ਉਤਪਾਦਾਂ ਦੇ ਲਈ ਤੇਜ਼ ਰਫ਼ਤਾਰ ਦੇ ਨਾਲ ਮੰਡੀਆਂ ਵਿਕਸਿਤ ਹੋਣ ਲੱਗ ਗਈਆਂ। 20ਵੀਂ ਸਦੀ ਦੇ ਮੱਧ ਦੌਰਾਨ ਰਵਾਇਤੀ ਖੇਤੀ ਤੋਂ ਆਧੁਨਿਕ ਖੇਤੀ ਦਾ ਇੱਕ ਸਪਸ਼ਟ ਬਦਲਾਵ ਆ ਗਿਆ। ਮਤਲਬ ਹੁਣ ਅਸੀਂ ਇਹਨੂੰ ਆਧੁਨਿਕ ਖੇਤੀ ਕਹਿਣਾ ਸ਼ੁਰੂ ਕਰ ਦਿੱਤਾ। ਆਧੁਨਿਕ ਉਪਕਰਨਾਂ, ਬਿਜਲੀ ਸ਼ਕਤੀ, ਸਿੰਚਾਈ ਦੇ ਢੰਗ, ਖਾਦਾਂ ਔਰ ਪੌਦਾ ਸੁਰੱਖਿਅਤ ਰਸਾਇਣਾਂ, ਵੱਧ ਝਾੜ ਦੇਣ ਵਾਲੀਆਂ ਬੀਜਾਂ ਦੀਆਂ ਕਿਸਮਾਂ, ਠੀਕ ਹੈ। ਇਹਨਾਂ ਨੇ ਸਭ ਨੇ ਮਿਲ ਕੇ ਸਾਰੇ ਕਾਰਕ ਸੀਗੇ ਜਿਨ੍ਹਾਂ ਦੇ ਕਰਕੇ ਹਰੀ ਕ੍ਰਾਂਤੀ ਆਈ। ਤੁਸੀਂ ਸਾਰੇ ਜਾਣਦੇ ਹੋ ਹਰੀ ਕ੍ਰਾਂਤੀ ਕਿ ਪਿਛਲੇ ਉਹ ਸਾਡੇ 3 ਦਹਾਕੇ ਮਤਲਬ 30 ਸਾਲ ਹੈ, ਉਹਨਾਂ ਦੇ ਵਿੱਚ ਸਾਡੇ ਕੋਲ ਭੋਜਨ ਉਤਪਾਦਨ ਇੰਨਾ ਹੋਇਆ ਕਿ ਅਸੀਂ ਆਪਣੀਆਂ ਲੋੜਾਂ ਨੂੰ ਤਾਂ ਪੂਰੀਆਂ ਕਰ ਹੀ ਸਕਦੇ ਹਾਂ, ਆਪਾਂ ਬਲਕਿ ਵਿਦੇਸ਼ਾਂ ਨੂੰ ਵੀ ਆਪਣੇ ਭੋਜਨ ਉਤਪਾਦ ਉਹ ਭੇਜਦੇ ਹਾਂ। ਕਿਸੇ ਵੀ ਤਰ੍ਹਾਂ ਦੇ ਭੋਜਨ ਉਤਪਾਦ, ਚਾਹੇ ਉਹ ਕਣਕ ਹੋਵੇ, ਮੱਕੀ ਹੋਵੇ, ਚਾਹੇ ਉਹ ਚਾਵਲ ਹੋਣ, ਹਰ ਚੀਜ਼ ਅਸੀਂ ਹੁਣ ਬਾਹਰ ਭੇਜਦੇ ਹਾਂ। ਤਾਂ ਉਸ ਤੋਂ ਬਾਅਦ ਫਿਰ ਭੋਜਨ ਤੇ ਸਾਡੇ ਕੋਲ ਇੰਨਾ ਹੋ ਗਿਆ ਕਿ ਅਸੀਂ ਉਹਨੂੰ ਪ੍ਰੋਸੈਸਿੰਗ ਕਰਕੇ, ਦੇਖੋ ਭੋਜਨ ਕਈ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਸਾਰਾ ਸਾਲ ਨਹੀਂ ਮਿਲਦੀਆਂ। ਜਿੱਦਾਂ ਅੰਬ ਹੈ, ਹੁਣ ਮੰਨ ਲਓ ਉਹ ਸੀਜ਼ਨਲ ਹੁੰਦਾ ਹੈ, ਤਾਂ ਪਰ ਅਸੀਂ ਉਹਦਾ ਮੁਰੱਬਾ ਬਣਾ ਕੇ, ਉਹਦੀ ਚਟਨੀ ਬਣਾ ਕੇ, ਉਹਨੂੰ ਕਈ ਤਰੀਕੇ ਦੇ ਨਾਲ ਉਹਦੀ ਪ੍ਰੋਸੈਸਿੰਗ ਕਰਕੇ ਉਹਦਾ ਮਤਲਬ ਇੰਜੋਏ ਹੈ ਉਹਨੂੰ ਸਾਰਾ ਸਾਲ ਕਰ ਸਕਦੇ ਹਾਂ ਅਸੀਂ। ਤਾਂ ਮਾਰਕੀਟ ਦੇ ਵਿੱਚ ਉਹ ਡੱਬਾ ਬੰਦ ਦੀ ਫਾਰਮ ਦੇ ਵਿੱਚ ਆ ਜਾਂਦਾ। ਆਪਾਂ ਘਰਾਂ ਦੇ ਵਿੱਚ ਵੀ ਉਹਨਾਂ ਨੂੰ ਬਣਾ ਕੇ ਚਟਨੀਆਂ ਦੇ ਰੂਪ ਦੇ ਵਿੱਚ ਆਪਾਂ ਰੱਖ ਲੈਂਦੇ ਹਾਂ, ਸਟੋਰ ਕਰ ਲੈਂਦੇ ਹਾਂ ਆਪਣੇ ਰੈਫ੍ਰਿਜਰੇਟਰਸ ਦੇ ਵਿੱਚ ਔਰ ਉਹਨੂੰ ਸਾਰਾ ਸਾਲ ਯੂਜ਼ ਕਰਦੇ ਹਾਂ। ਇਸੇ ਤਰ੍ਹਾਂ ਪੌਦਿਆਂ ਤੋਂ ਪੈਦਾ ਹੋਣ ਵਾਲੇ ਰੇਸ਼ੇ ਹੈ, ਜਿੱਦਾਂ ਕਪਾਹ ਹੋ ਗਈ ਜਾਂ ਹੋਰ ਵੀ ਰੇਸ਼ੇ ਤਾਂ ਉਹਨਾਂ ਦੀ ਵੀ ਪ੍ਰੋਸੈਸਿੰਗ ਯੂਨਿਟਸ ਉਹ ਲਗਾ ਦਿੱਤੇ ਗਏ। ਉਹਨਾਂ ਦੀ ਵੀ ਪ੍ਰੋਸੈਸਿੰਗ ਕਰਕੇ ਧਾਗੇ ਬਣਾ ਦਿੱਤੇ ਗਏ ਤੇ ਉਹਨਾਂ ਤੋਂ ਫਿਰ ਕੱਪੜਾ ਉਦਯੋਗ ਉਹ ਸ਼ੁਰੂ ਹੋ ਗਿਆ, ਠੀਕ ਹੈ। ਕੱਪੜਾ ਉਦਯੋਗ ਇਸ ਤਰ੍ਹਾਂ ਸ਼ੁਰੂ ਹੋਇਆ। ਤਾਂ ਭੋਜਨ ਵੰਡ ਤੇ ਕੱਪੜਾ ਉਦਯੋਗ, ਠੀਕ ਹੈ। ਸੋ ਇਹ ਦੋ ਉਹ ਸ਼ੁਰੂਆਤ ਹੋ ਗਈ। ਫਿਰ ਉਸ ਤੋਂ ਬਾਅਦ ਸ਼ਹਿਰੀਕਰਨ ਦੀ ਬਦੌਲਤ ਹੈ, ਸੋ ਕੀ ਹੋਇਆ ਕਿ ਸ਼ਹਿਰੀਕਰਨ ਦੇ ਕਾਰਨ ਉਤਪਾਦਾਂ ਦੀ ਮੰਗ ਹੈ ਉਹ ਥੋੜੀ ਵੱਧ ਗਈ,
ਠੀਕ ਹੈ, ਦਿਨ ਬ ਦਿਨ ਹੋਰ ਜਿਹੜੀ ਉਹ ਵਧਣ ਲੱਗ ਗਈ। ਤਾਂ ਇਸ ਦੇ ਨਾਲ ਜਿਹੜਾ ਖੇਤੀ ਹੈ ਸਾਡੀ, ਉਹਨੇ ਇੱਕ ਵਪਾਰ ਦਾ ਰੂਪ ਜਿਹੜਾ ਧਾਰਨ ਕਰ ਲਿਆ, ਮਤਲਬ ਇੱਕ ਧੰਦਾ ਬਣ ਗਿਆ, ਨਵਾਂ ਧੰਦਾ ਬਣ ਗਿਆ, ਜਿਹਨੂੰ ਅਸੀਂ ਖੇਤੀ ਵਪਾਰ ਕਹਿਣਾ ਸ਼ੁਰੂ ਕਰ ਦਿੱਤਾ। ਹੁਣ ਖੇਤੀ ਵਪਾਰ ਜਿਹੜਾ ਉਹਦੇ ਹੇਠ ਲਿਖੇ ਕਹਿੰਦਾ 3 ਪੱਖ ਹਨ। ਠੀਕ ਹੈ, ਕੀ ਪੱਖ ਹੈ ਉਹਦੇ? ਕਿ ਇੱਕ ਤਾਂ ਖੇਤੀ ਉਪਕਰਨ ਜਿਹੜੇ ਆਪਾਂ ਯੂਜ਼ ਕਰਦੇ ਹਾਂ ਜਾਂ ਹੋਰ ਸੰਦ ਜਿਹੜੇ ਆ ਉਹਨਾਂ ਨੂੰ ਨਿਰਮਾਣ ਕਰਨ ਦੇ ਲਈ ਸਾਨੂੰ ਫੈਕਟਰੀਆਂ ਚਾਹੀਦੀਆਂ, ਤਾਂ ਉਦਯੋਗ ਲੱਗਣਗੇ। ਠੀਕ ਹੈ, ਉਹਦੇ ਲਈ ਉਦਯੋਗ ਜਿਹੜੇ ਆ, ਮਤਲਬ ਖੇਤੀ ਨੇ ਇੱਕ ਉਦਯੋਗ ਨੂੰ ਪੈਦਾ ਕੀਤਾ ਸੰਦ ਬਣਾਉਣ ਦੇ ਲਈ, ਚਾਹੇ ਉਹ ਟਰੈਕਟਰ ਬਣਾਉਣੇ ਹੋਣ, ਚਾਹੇ ਉਹ ਬੀਜਾਂ ਨੂੰ ਰੋਪਣ ਕਰਨ ਦੇ ਲਈ ਜਿਹੜੇ ਸੰਦ ਹੁੰਦੇ ਆ ਉਹ ਹੋਣ, ਸੋ ਚਾਹੇ ਪਾਣੀ ਸਿੰਚਾਈ ਦੇ ਲਈ ਪਾਈਪਾਂ ਹੋਣ, ਸੋ ਸਾਰੇ ਤਰ੍ਹਾਂ ਦੇ ਉਪਕਰਨ ਜਿਹੜੇ ਆ ਉਹਨਾਂ ਨੂੰ ਪੈਦਾ ਕੀਤਾ। ਉਸ ਤੋਂ ਬਾਅਦ ਫਸਲਾਂ ਦੀ ਬਿਜਾਈ ਤੇ ਕਟਾਈ ਦੇ ਕਾਰਜ, ਠੀਕ ਹੈ, ਇਹ ਵੀ ਇੱਕ ਪੱਖ ਹੈ ਇਹਦਾ ਵਪਾਰ, ਮਤਲਬ ਇਹਨੂੰ ਅਸੀਂ ਤਾਂ ਕਹਿ ਰਹੇ। ਇਹਦੇ ਵਿੱਚ ਵੀ ਬਹੁਤ ਸਾਰੀਆਂ ਮਸ਼ੀਨਾਂ ਜਿਹੜੀਆਂ ਉਹ ਲੱਗਦੀਆਂ, ਬਹੁਤ ਸਾਰੀ ਲੇਬਰ ਜਿਹੜੀ ਉਹ ਲਗਾਈ ਜਾਂਦੀ ਹੈ, ਇਹ ਵੀ ਇੱਕ ਤਰ੍ਹਾਂ ਦਾ ਵਪਾਰ ਬਣ ਗਿਆ। ਖੇਤੀ ਉਤਪਾਦਾਂ ਦਾ ਫਿਰ ਭੰਡਾਰੀਕਰਨ, ਤਾਂ ਤੁਹਾਨੂੰ ਪਤਾ ਕੋਲਡ ਸਟੋਰੇਜ ਆਪਾਂ ਬਣਾਏ ਹੋਏ ਹੈ, ਤਾਂ ਉਹਨਾਂ ਦੇ ਵਿੱਚ ਆਪਾਂ ਜਿਹੜੀਆਂ ਜਲਦੀ ਖਰਾਬ ਹੋਣ ਵਾਲੀਆਂ ਚੀਜ਼ਾਂ ਜਿਵੇਂ ਟਮਾਟਰ ਹੋ ਗਏ ਜਾਂ ਸਾਡਾ ਆਲੂ ਹੋ ਗਏ, ਉਹਨਾਂ ਦਾ ਅਸੀਂ ਭੰਡਾਰੀਕਰਨ ਕਰਦੇ ਹਾਂ। ਫਿਰ ਪ੍ਰੋਸੈਸਿੰਗ ਕਰਦੇ ਹਾਂ, ਉਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ। ਪ੍ਰੋਸੈਸਿੰਗ ਜਿੱਦਾਂ ਸੌਸ ਬਣ ਜਾਂਦੀ ਹੈ, ਟਮਾਟਰਾਂ ਤੋਂ ਆਪਾਂ ਸੌਸ ਬਣਾ ਲੈਂਦੇ ਹਾਂ, ਅੰਬ ਤੋਂ ਅਸੀਂ ਚਟਨੀਆਂ ਬਣਾ ਲੈਂਦੇ ਹਾਂ। ਠੀਕ ਹੈ, ਪਾਈਨਐਪਲ ਹੈ ਤਾਂ ਉਹਨੂੰ ਵੀ ਅਸੀਂ, ਆਂਵਲਾ ਹੈ ਸਾਡਾ, ਉਹਦੀ ਆਪਾਂ ਕੈਂਡੀ ਬਣਾ ਸਕਦੇ ਹਾਂ, ਉਹਦੀ ਵੀ ਚਟਨੀ ਬਣਾ ਸਕਦੇ ਹਾਂ। ਤਾਂ ਕਈ ਤਰ੍ਹਾਂ ਦੀ ਪ੍ਰੋਸੈਸਿੰਗ ਯੂਨਿਟਸ ਜਿਹੜੇ ਆ ਉਹ ਲਗਾਣੇ। ਹੁਣ ਤੁਸੀਂ ਇੱਥੋਂ ਸਮਝ ਰਹੇ ਹੋ ਕਿ ਇਹ ਕੀ ਕਹਿਣਾ ਚਾਹ ਰਿਹਾ, ਕਿ ਖੇਤੀਬਾੜੀ ਜਿਹੜੀ ਆ ਉਹਨੇ ਉਦਯੋਗਾਂ ਨੂੰ ਪੈਦਾ ਕੀਤਾ। ਠੀਕ ਹੈ, ਸੋ ਕਿਉਂਕਿ ਇਹ ਵਪਾਰ ਬਣ ਗਿਆ ਤੇ ਇਹਦੇ ਤੋਂ ਉਦਯੋਗ ਜਿਹੜੇ ਉਹ ਪੈਦਾ ਹੋਏ ਆ। ਸੋ ਖੇਤੀ ਵਪਾਰ ਨੇ ਨਵੇਂ ਉਦਯੋਗਾਂ ਜਿਵੇਂ ਖੇਤੀ ਸੰਦ ਕੰਪਨੀਆਂ, ਮੀਟ ਪ੍ਰੋਸੈਸਰਸ, ਡੱਬਾਬੰਦ ਜਿਹੜੇ ਭੋਜਨ ਹੈ ਉਹਦੇ ਕਾਰਖਾਨੇ, ਤੇ ਠੰਡੇ ਮਾਲ ਗੋਦਾਮ ਜਿਹੜੇ ਹੈ, ਸ਼ੀਤਲ ਜੰਤਰਾਂ ਨੂੰ ਵਿਕਸਿਤ ਕੀਤਾ। ਸੋ ਇਹ ਆ ਗਿਆ ਨਾ, ਉਦਯੋਗ ਪੈਦਾ ਹੋ ਗਏ। ਸੋ ਬੇਸ਼ੱਕ ਆਧੁਨਿਕ ਖੇਤੀ ਨੇ ਉਤਪਾਦਨ ਦੇ ਵਿੱਚ ਭਾਰੀ ਵਾਧਾ ਕੀਤਾ ਹੈ, ਪਰੰਤੂ ਇਸ ਨੇ ਕੁਦਰਤੀ ਪ੍ਰਸਥਿਤਿਕ ਪ੍ਰਬੰਧ ਨੂੰ ਕਦੇ ਨਾ ਪੂਰਾ ਹੋਣ ਵਾਲਾ ਨੁਕਸਾਨ ਵੀ ਪਹੁੰਚਾਇਆ ਹੈ। ਹੁਣ ਆਪਾਂ ਰਸਾਇਣਿਕ ਖਾਦਾਂ ਯੂਜ਼ ਕਰਦੇ ਹਾਂ ਤਾਂ ਸਾਡੀ ਜਿਹੜੀਆਂ ਜਿੰਨੇ ਵੀ ਪਾਣੀ ਦੇ ਸਰੋਤ ਆ ਉਹ ਸਾਰੇ ਦੂਸ਼ਿਤ ਹੋ ਚੁੱਕੇ ਆ, ਸਾਡੀ ਜ਼ਮੀਨ ਜਿਹੜੀ ਹੈ ਉਹ ਦੂਸ਼ਿਤ ਹੋ ਚੁੱਕੀ ਹੈ, ਇਸ ਕਰਕੇ ਲੋਕਾਂ ਨੂੰ ਕੈਂਸਰ ਹੋ ਰਿਹਾ। ਠੀਕ ਹੈ, ਤੇ ਇਹ ਪ੍ਰਸਥਿਤਿਕ ਜਿਹੜਾ ਪ੍ਰਬੰਧ ਹੈ ਸਾਡਾ, ਉਹਨੂੰ ਇੱਕ ਕਹਿੰਦਾ ਬਹੁਤ ਵੱਡਾ ਨੁਕਸਾਨ ਜਿਹੜਾ ਪਹੁੰਚਾਇਆ। ਤਾਂ ਮਤਲਬ ਵਿਕਾਸ ਹੋਣਾ ਚਾਹੀਦਾ, ਬਟ ਉਹ ਟਿਕਾਊ ਵਿਕਾਸ ਹੋਣਾ ਚਾਹੀਦਾ। ਇਸ ਲਈ ਲੋਕ ਜਿਹੜੇ ਹੁਣ ਆਰਗੈਨਿਕ ਫਾਰਮਿੰਗ ਵਾਲੇ ਪਾਸੇ ਨੂੰ ਮੁੜਨਾ ਸ਼ੁਰੂ ਹੋ ਗਏ ਕਿ ਸਾਡੇ ਵਾਤਾਵਰਨ ਨੂੰ ਬਹੁਤ ਨੁਕਸਾਨ ਇਹਦੇ ਨਾਲ ਹੋ ਰਿਹਾ। ਤਾਂ ਇਸ ਲਈ ਅਸੀਂ ਇੱਦਾਂ ਦਾ ਕਰੀਏ ਕਿ ਸਾਡਾ ਭੋਜਨ ਉਤਪਾਦਨ ਵੀ ਵਧੀਆ ਹੋਵੇ, ਪਰ ਸਾਡੇ ਵਾਤਾਵਰਨ ਨੂੰ ਵੀ ਨੁਕਸਾਨ ਨਾ ਪਹੁੰਚੇ, ਔਰ ਸਾਡੇ ਵਾਤਾਵਰਨ ਨੂੰ ਅਗਰ ਨੁਕਸਾਨ ਨਹੀਂ ਪਹੁੰਚੇਗਾ ਤਾਂ ਫਿਰ ਸਾਨੂੰ ਵੀ ਬਿਮਾਰੀਆਂ ਨਹੀਂ ਹੋਣਗੀਆਂ। ਹੁਣ ਕਰੋਨਾ ਜਿਹੜਾ ਇਹ ਆਪਾਂ ਕੋਵਿਡ-19 ਤੋਂ ਇੰਨਾ ਡਰ ਰਹੇ ਹਾਂ ਇਸ ਟਾਈਮ, ਜਿਹੜਾ ਘਰਾਂ 'ਚ ਆਪਾਂ ਬੈਠੇ ਹਾਂ, ਤੁਸੀਂ ਬੱਚੇ ਲੋਕ ਜਿਹੜੇ ਘਰਾਂ 'ਚ ਬੈਠੇ ਹੋ, ਅਸੀਂ ਸਕੂਲਾਂ 'ਚ ਨਹੀਂ ਜਾ ਪਾ ਰਹੇ ਹਾਂ, ਤਾਂ ਉਹ ਇੱਦਾਂ ਦੀਆਂ ਜਿਹੜੀਆਂ ਮਹਾਂਮਾਰੀਆਂ ਉਹ ਤਾਂ ਉਦੋਂ ਹੀ ਪੈਦਾ ਹੁੰਦੀਆਂ ਜਦੋਂ ਅਸੀਂ ਪ੍ਰਕਿਰਤੀ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਾਂ। ਤਾਂ ਇਸ ਲਈ ਟਿਕਾਊ ਵਿਕਾਸ ਦਾ ਹੋਣਾ ਬਹੁਤ ਜ਼ਰੂਰੀ ਹੈ। ਤੇ ਇਹ ਸੀਗੀ ਬੱਚੋ ਖੇਤੀਬਾੜੀ। ਇਹਦੇ ਵਿੱਚ ਆਪਾਂ 2 ਚੀਜ਼ਾਂ ਪੜ੍ਹੀਆਂ, ਇੱਕ ਰਵਾਇਤੀ ਖੇਤੀਬਾੜੀ ਤੇ ਇੱਕ ਆਧੁਨਿਕ ਖੇਤੀਬਾੜੀ। ਤਾਂ ਆਧੁਨਿਕ ਖੇਤੀਬਾੜੀ ਨੇ ਕਿਵੇਂ ਉਦਯੋਗਾਂ ਨੂੰ ਜਨਮ ਦਿੱਤਾ ਉਹ ਆਪਾਂ ਪੜ੍ਹਿਆ। ਹੁਣ ਆਪਾਂ ਪੜ੍ਹਾਂਗੇ ਉਦਯੋਗ, ਕਿ ਇਹ ਵਿਕਾਸ ਦੇ ਨਾਲ ਕਿਵੇਂ, ਮਤਲਬ ਉਹਦਾ ਅੰਗ ਹੈ ਇਹ। ਤਾਂ ਹੁਣ ਦੇਖੋ, ਜਿਹੜਾ ਕੱਚਾ ਮਾਲ ਕੋਈ ਵੀ ਹੁੰਦਾ, ਜਿੱਦਾਂ ਆਪਾਂ ਪੌਦਿਆਂ ਤੋਂ ਰੇਸ਼ੇ ਲਏ ਸੀਗੇ, ਚਾਹੇ ਕਪਾਹ ਸੀਗੀ, ਚਾਹੇ ਹੋਰ ਕੋਈ ਰੇਸ਼ੇ ਸੀਗੇ, ਤਾਂ ਉਹਨਾਂ ਨੂੰ ਆਪਾਂ ਫਾਈਨਲ ਜਿਹੜੇ ਸਾਡੇ ਚੀਜ਼ਾਂ ਹੈ ਉਹਨਾਂ 'ਚ ਬਦਲਣਾ ਹੈ। ਅਗਰ ਕੱਪੜੇ 'ਚ ਬਦਲਣਾ ਉਹਨੂੰ, ਤਾਂ ਫਿਰ ਕੱਚੇ ਮਾਲ ਨੂੰ ਜਿਹੜਾ ਬਦਲਣਾ ਆਪਾਂ ਕਿਸੇ ਵੀ ਚੀਜ਼ ਦੇ ਵਿੱਚ, ਉਤਪਾਦ ਦੇ ਵਿੱਚ, ਤਾਂ ਉਹ ਉਦਯੋਗ ਹੀ ਕਰੇਗਾ, ਉਦਯੋਗ ਲੱਗਣਗੇ ਉਹਦੇ ਲਈ। ਸਨ 1700 ਦੇ ਦੌਰਾਨ ਇੰਗਲੈਂਡ ਦੇ ਵਿੱਚ 1700 ਦੇ ਦੌਰਾਨ ਇੰਗਲੈਂਡ 'ਚ ਜ਼ਿਆਦਾ ਕਰਕੇ ਪੇਂਡੂ ਤੇ ਵਿਕੇਂਦਰਿਤ ਸੀ ਉਦਯੋਗ। ਠੀਕ ਹੈ, ਮਤਲਬ ਕਿ ਪਿੰਡਾਂ ਦੇ ਵਿੱਚ ਜ਼ਿਆਦਾ ਸੀ, ਵਿਕੇਂਦਰਿਤ ਜਿਹੜਾ ਮਤਲਬ ਲੋਅਰ ਲੈਵਲ ਦੇ ਉੱਤੇ ਸੀਗੇ, ਮਤਲਬ ਲੋਕ ਘਰਾਂ ਦੇ ਵਿੱਚ ਜਿਹੜੇ ਛੋਟੀਆਂ ਚੀਜ਼ਾਂ ਜਿਹੜੀਆਂ ਬਣਾਉਂਦੇ ਸੀਗੇ 1700 ਦੇ ਦੌਰਾਨ, ਉਹਨੇ ਇੰਗਲੈਂਡ ਦੇ ਵਿੱਚ ਦੱਸਿਆ। ਉਤਪਾਦਕ ਉਹ ਆਦਮੀ ਸੀ ਜਿਹੜਾ ਛੋਟੇ ਜਿਹੇ ਘਰ ਦੇ ਵਿੱਚ ਬੈਠ ਕੇ ਆਪਣੇ ਹੱਥੀਂ ਕੰਮ ਕਰਦਾ ਸੀ। ਠੀਕ ਹੈ, ਉਹਨੂੰ ਉਤਪਾਦਕ ਕਿਹਾ ਜਾਂਦਾ ਸੀਗਾ, ਜਿਹੜਾ ਆਪਣੇ ਘਰ ਦੇ ਵਿੱਚ ਬੈਠਾ ਜਿਹੜਾ। ਅਗਰ ਅਸੀਂ ਆਪਣੇ ਦੇਸ਼ ਦੀ ਉਦਾਹਰਨ ਲਈਏ ਤਾਂ ਸਾਡੇ ਦੇਸ਼ 'ਚ ਵੀ ਇੱਦਾਂ ਹੀ ਸੀਗਾ। ਲੋਕ ਜਿਹੜੇ ਔਰਤਾਂ ਜਾਂ ਆਦਮੀ ਜਿਹੜੇ ਉਹ ਘਰਾਂ ਦੇ ਵਿੱਚ ਬੈਠੇ ਬਹੁਤ ਕੁਛ ਜਿਹੜਾ ਉਹ ਛੋਟਾ ਕੰਮ ਜਿਹੜੇ ਕਰਦੇ ਰਹਿੰਦੇ ਸੀਗੇ। ਤਾਂ ਹੁਣ ਉਦਾਹਰਨ ਵਜੋਂ ਕਹਿੰਦਾ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਕੱਪੜਾ ਉਦਯੋਗ ਇਸ ਰੂਪ ਦੇ ਵਿੱਚ ਸੰਗਠਿਤ ਹੋਇਆ ਸੀ। ਹੌਲੀ ਹੌਲੀ ਇੱਦਾਂ ਹੀ ਜਿਹੜਾ ਕੱਪੜਾ ਉਦਯੋਗ ਹੋਂਦ ਵਿੱਚ ਆਇਆ। 18ਵੀਂ ਸਦੀ ਦੇ ਮੱਧ ਦੇ ਵਿੱਚ, ਜਿਹੜੀ ਜੇ ਅਸੀਂ ਪਿੱਛੇ ਜਾਈਏ, ਹੁਣ 18ਵੀਂ ਜਿਹੜੀ ਸਦੀ ਹੈ ਸਾਡੀ, ਉਹਦੇ ਮੱਧ ਦੇ ਵਿੱਚ ਕਹਿੰਦਾ ਉਤਪਾਦਨ ਨੂੰ ਮਸ਼ੀਨੀਕਰਨ ਦੇ ਰਾਹੀਂ ਵਧਾਇਆ ਅਤੇ ਏਕੀਕ੍ਰਿਤ ਕੀਤਾ ਗਿਆ, ਮਤਲਬ ਇੱਕ ਲੈਵਲ ਤੇ ਲਿਆਂਦਾ ਗਿਆ ਮਸ਼ੀਨਾਂ ਦੇ ਰਾਹੀਂ। ਅਤੇ ਇਸ ਦੇ ਨਾਲ ਸ਼ਹਿਰੀ ਉਦਯੋਗ ਵੀ ਸ਼ੁਰੂਆਤ ਹੋਈ। ਸ਼ਹਿਰਾਂ ਦੇ ਵਿੱਚ ਮਤਲਬ ਸ਼ਹਿਰੀ ਉਦਯੋਗ ਜਿਹੜੇ ਸ਼ੁਰੂ ਹੋਏ, ਪਿੰਡਾਂ ਤੋਂ ਨਿਕਲ ਕੇ ਹੁਣ ਸ਼ਹਿਰਾਂ ਦੇ ਵਿੱਚ ਆ ਗਏ।
ਪਹਿਲਾਂ ਪਿੰਡਾਂ ਦੇ ਵਿੱਚ ਸੀਗੇ, ਉਹਨੇ ਗੱਲ ਕੀਤੀ 1700 ਦੇ ਵਿੱਚ, ਤੇ ਹੁਣ ਜਿਹੜੇ ਆ ਉਹ ਸ਼ਹਿਰਾਂ ਦੇ ਵਿੱਚ ਇਕੱਤਰਿਤ ਹੋ ਗਏ ਸਾਰੇ। ਜਿੱਦਾਂ ਹੁੰਦਾ ਨਾ, ਤੁਸੀਂ ਦੇਖਦੇ ਹੋ ਕਿ ਆਪਾਂ ਕਹਿੰਦੇ ਆ ਕਿ ਸ਼ਹਿਰ ਦੇ ਆਊਟਰ ਏਰੀਆ ਦੇ ਉੱਤੇ ਜੀ ਇੰਡਸਟਰੀਅਲ ਏਰੀਆ ਹੈ, ਤਾਂ ਇੱਦਾਂ ਉਹ ਏਕੀਕ੍ਰਿਤ ਹੋ ਜਾਂਦੇ ਆ ਸ਼ਹਿਰ। ਉਦਯੋਗ ਜਿਹੜੇ ਉਦਯੋਗਿਕ ਕ੍ਰਾਂਤੀ ਨੇ ਆਰਥਿਕ ਅਤੇ ਸਮਾਜਿਕ ਵਿਕਾਸ ਵਿੱਚ ਇੱਕ ਵੱਡੀ ਤਬਦੀਲੀ ਲਿਆਂਦੀ, ਠੀਕ ਹੈ, ਔਰ ਇਸ ਦੇ ਰੁਜ਼ਗਾਰ ਦੇ ਹੋਰ ਮੌਕੇ ਉਪਲਬਧ ਕਰਾਏ। ਜਿਉਂ ਹੀ ਉਦਯੋਗ ਵਿਕਸਿਤ ਹੋਏ, ਸ਼ਹਿਰਾਂ ਦੇ ਵਿੱਚ ਬਾਲਣ, ਭੋਜਨ, ਖਣਿਜਾਂ, ਇਮਾਰਤੀ ਲੱਕੜੀ ਦੀ ਆਮਦ ਤੇਜ਼ੀ ਨਾਲ ਵੱਧ ਗਈ, ਠੀਕ ਹੈ, ਇਹਨਾਂ ਚੀਜ਼ਾਂ ਦੀ ਡਿਮਾਂਡ ਵੱਧ ਗਈ। ਸੋ ਹੁਣ ਫੈਕਟਰੀਆਂ ਦੇ ਵਿੱਚ ਬਾਲਣ ਚਾਹੀਦਾ ਸੀਗਾ, ਭੋਜਨ ਹੋ ਗਿਆ, ਖਣਿਜ ਹੋ ਗਏ, ਇਮਾਰਤੀ ਲੱਕੜੀ ਹੋ ਗਈ, ਇਹਨਾਂ ਦੀ ਜਿਹੜੀ ਡਿਮਾਂਡ ਆ ਵੱਧ ਗਈ। ਨਵੀਆਂ ਦਵਾਈਆਂ, ਛੂਤ ਰੋਗਾਂ ਦੇ ਉੱਪਰ ਚੰਗੇਰਾ ਕੰਟਰੋਲ ਤੇ ਵਧੀਆ ਸਾਫ਼ ਸਫਾਈ ਉਦਯੋਗਿਕ ਕ੍ਰਾਂਤੀ ਦੀਆਂ ਪ੍ਰਾਪਤੀਆਂ ਸਨ, ਠੀਕ ਹੈ। ਸੋ ਇਹ ਸਾਰੀਆਂ ਸਾਨੂੰ ਚੀਜ਼ਾਂ ਜਿਹੜੀਆਂ ਉਹ ਪ੍ਰਾਪਤ ਹੋਈਆਂ ਉਦਯੋਗਿਕ ਕ੍ਰਾਂਤੀ ਦੇ ਨਾਲ। ਨਵੀਆਂ ਦਵਾਈਆਂ ਆ ਗਈਆਂ ਨਾ, ਤਾਂ ਇਸ ਲਈ ਛੂਤ ਦੇ ਰੋਗ ਜਿਹੜੇ ਉਹਨਾਂ ਦੇ ਉੱਤੇ ਕਾਫੀ ਜਿਹੜਾ ਕੰਟਰੋਲ ਹੋ ਗਿਆ। ਨਵੀਆਂ ਤਰੱਕੀਆਂ ਨੇ ਮਨੁੱਖੀ ਜੀਵਨ ਨੂੰ ਸੁਖਦਾਇਕ ਬਣਾਇਆ ਹੈ ਔਰ ਇਸ ਦੇ ਜੀਵਨ ਕਾਲ ਦੇ ਵਿੱਚ ਵੀ ਵਾਧਾ ਕੀਤਾ ਹੈ। ਦੇਖੋ ਇਹ ਸਮਾਜਿਕ ਆ ਗਿਆ ਨਾ ਕਿ ਉਦਯੋਗ ਜਿਹੜੇ ਉਹਨਾਂ ਨੇ ਸਮਾਜਿਕ ਵਿਕਾਸ ਜਿਹੜਾ ਸਾਡਾ ਕਿਵੇਂ ਕੀਤਾ ਕਿ ਨਵੀਆਂ ਦਵਾਈਆਂ ਆ ਗਈਆਂ, ਰੋਗਾਂ ਦੇ ਉੱਤੇ ਕੰਟਰੋਲ ਹੋ ਗਿਆ, ਲੋਕ ਜਾਗਰੂਕ ਵੀ ਹੋ ਗਏ ਔਰ ਸਾਫ਼ ਸਫਾਈ ਵੀ ਜ਼ਿਆਦਾ ਕਰਨ ਲੱਗ ਗਏ, ਕਿਉਂਕਿ ਹੁਣ ਉਦਯੋਗ ਜਿਹੜੇ ਸ਼ਹਿਰਾਂ ਤੋਂ ਬਾਹਰ ਜਿਹੜੇ ਮਤਲਬ ਬਾਹਰਲੇ ਪਾਸੇ ਨੂੰ ਇਕੱਠੇ ਹੋ ਗਏ ਸੀ ਇੱਕ ਥਾਂ ਤੇ ਪਿੰਡਾਂ ਚੋਂ ਨਿਕਲ ਕੇ, ਤੇ ਇਸ ਕਰਕੇ ਸਾਫ਼ ਸਫਾਈ ਵੀ ਜ਼ਿਆਦਾ ਹੋ ਗਈ। ਵਿਕਾਸ ਦੇ ਇਹਨਾਂ ਦੋਨਾਂ ਖੇਤਰਾਂ ਦੇ ਵਿਚਕਾਰ ਕੋਈ ਮੁਕਾਬਲਾ ਨਹੀਂ ਹੈ, ਬਲਕਿ ਇਹ ਦੋਨੋਂ ਇੱਕ ਦੂਜੇ ਦੇ ਪੂਰਕ ਹਨ। ਖੇਤੀਬਾੜੀ ਦੀ ਉਪਜ ਉਦਯੋਗਾਂ ਦੇ ਲਈ ਕੱਚਾ ਮਾਲ ਬਣ ਜਾਂਦੀ ਹੈ। ਤੁਸੀਂ ਦੇਖਿਆ ਕਿ ਜਦੋਂ ਕਣਕ ਵਗੈਰਾ ਦੀ ਕਟਾਈ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਉਹ ਹੁੰਦਾ ਫੂਸ ਹੁੰਦਾ, ਤਾਂ ਉਹਦੇ ਤੋਂ ਕਾਰਡਬੋਰਡ ਬਣਦੇ ਆ, ਉਹਦੇ ਤੋਂ ਗੱਤਾ ਬਣਦਾ ਹੈ, ਕਈ ਚੀਜ਼ਾਂ ਬਣਦੀਆਂ। ਤਾਂ ਉਦਾਹਰਣ ਵਜੋਂ ਕਪਾਹ ਖੇਤੀਬਾੜੀ ਦੀ ਉਪਜ ਹੈ ਅਤੇ ਕੱਪੜਾ ਉਦਯੋਗ ਦੇ ਲਈ ਇੱਕ ਕੱਚਾ ਮਾਲ ਹੈ, ਠੀਕ ਹੈ, ਕੱਪੜਾ ਉਦਯੋਗ ਦੇ ਲਈ ਇੱਕ ਕੱਚਾ ਮਾਲ ਹੈ ਇਹ। ਤਾਂ ਹੁਣ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਖੇਤੀਬਾੜੀ ਤੇ ਉਦਯੋਗ ਦੋਨੋਂ ਹੀ ਕਿਸੇ ਰਾਸ਼ਟਰ ਦੇ ਵਿਕਾਸ ਅਤੇ ਖੁਸ਼ਹਾਲੀ ਦੇ ਲਈ ਜ਼ਰੂਰੀ ਹਨ। ਸੋ ਇਹ ਦੋਨੋਂ ਹੀ ਜਿਹੜੇ ਆ ਉਹ ਵਿਕਾਸ ਤੇ ਖੁਸ਼ਹਾਲੀ ਦੇ ਲਈ ਜ਼ਰੂਰੀ ਹਨ। ਤਾਂ ਇਹ ਤਾਂ ਹੋ ਗਿਆ ਸਾਡਾ ਖੇਤੀਬਾੜੀ ਤੇ ਉਦਯੋਗ ਜਿਹੜੇ ਉਹ ਕਿਵੇਂ ਵਿਕਾਸ ਦੇ ਲਈ ਜ਼ਰੂਰੀ ਹਨ। ਤਾਂ ਉਸ ਤੋਂ ਬਾਅਦ ਹੁਣ ਆਪਾਂ ਕਰਾਂਗੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਸਮਾਜਿਕ ਕਾਰਕ। ਇਹ ਬਹੁਤ ਸਾਰੇ ਕਾਰਕ ਹੈ, ਤਾਂ ਇਹਨਾਂ ਨੂੰ ਆਪਾਂ ਜਿਹੜਾ ਉਹ ਪੜਾਂਗੇ ਹੁਣ ਹੌਲੀ ਥੋੜੇ ਜਿਹੇ ਅੱਜ ਪੜਾਂਗੇ, ਬਾਕੀ ਜਿਹੜੇ ਉਹ ਆਪਾਂ ਅਗਲੇ ਲੈਕਚਰ ਦੇ ਵਿੱਚ ਪੜਾਂਗੇ। ਜਿੱਦਾਂ ਇਹਦੇ ਵਿੱਚ ਪਹਿਲਾ ਜਿਹੜਾ ਕਾਰਕ ਹੈ ਉਹ ਹੈ ਗਰੀਬੀ, ਠੀਕ ਹੈ, ਫਿਰ ਉਸ ਤੋਂ ਬਾਅਦ ਹੈ ਅਮੀਰੀ, ਗਰੀਬੀ ਫਿਰ ਅਮੀਰੀ, ਫਿਰ ਸਿੱਖਿਆ, ਫਿਰ ਉਸ ਤੋਂ ਬਾਅਦ ਰੁਜ਼ਗਾਰ, ਫਿਰ ਬਾਲ ਵਿਆਹ, ਫਿਰ ਬਾਲ ਮਜ਼ਦੂਰੀ, ਇਹ ਆਪਾਂ ਸ਼ੁਰੂ ਦੇ ਵਿੱਚ ਵੀ ਪੜ੍ਹੇ ਹੈ, ਮਨੁੱਖੀ ਸਿਹਤ, ਸਮਾਜਿਕ ਅਤੇ ਸੱਭਿਆਚਾਰਕ ਅਤੇ ਸਦਾਚਾਰਕ ਕਦਰਾਂ ਕੀਮਤਾਂ, ਇਹ ਸਾਰੇ ਹੈ। ਤਾਂ ਅੱਜ ਆਪਾਂ ਥੋੜ੍ਹੇ ਜਿਹੇ ਪੜ੍ਹਦੇ ਹਾਂ ਇਹਦੇ ਚੋਂ। ਇਸ ਵਿੱਚ ਸਭ ਤੋਂ ਪਹਿਲਾਂ ਹੈ ਗਰੀਬੀ ਹੁਣ, ਠੀਕ ਹੈ, ਇਹ ਆਪਾਂ ਪੜਾਂਗੇ ਗਰੀਬੀ। ਦੇਖੋ ਅਸੀਂ ਸਾਰੇ ਜਣੇ ਜਿਹੜੇ ਇਸ ਚੀਜ਼ ਦੇ ਲਈ ਭਲੀ ਭਾਂਤੀ ਜਿਹੜੇ ਆ ਉਹ ਜਾਣਦੇ ਆ ਕਿ ਗਰੀਬੀ ਕੀ ਹੁੰਦੀ ਹੈ। ਪਹਿਲਾਂ ਮੈਂ ਦੱਸਦਾ ਤੁਹਾਨੂੰ ਕਿ ਇੱਥੇ ਕੁਐਸਚਨ ਨੰਬਰ 3 ਹੈ 2 ਮਾਰਕਸ ਵਾਲੇ ਕੁਐਸਚਨ ਦੇ ਵਿੱਚ ਗਰੀਬੀ ਦੇ ਉੱਤੇ ਨੋਟ ਲਿਖਣਾ ਹੈ, ਔਰ ਇੱਕ ਜਿਹੜਾ ਤੁਹਾਡਾ 4 ਨੰਬਰ ਦਾ ਕੁਐਸਚਨ ਹੈ, ਪਹਿਲਾ ਹੀ ਕੁਐਸਚਨ ਹੈ ਜਿਹੜਾ, ਤਾਂ ਉਹ ਵੀ ਇਹਦੇ ਉੱਤੇ ਹੀ ਹੈ, ਠੀਕ ਹੈ। ਸੋ ਗਰੀਬੀ ਦੇ ਉੱਤੇ ਹੀ ਹੈ 4 ਨੰਬਰ ਦਾ ਜਿਹੜਾ ਕੁਐਸਚਨ ਹੈ ਕਿ ਕਿਸੇ ਰਾਸ਼ਟਰ ਦੇ ਵਿਕਾਸ ਨੂੰ ਗਰੀਬੀ ਕਿਵੇਂ ਪ੍ਰਭਾਵਿਤ ਕਰਦੀ ਹੈ। ਤਾਂ ਨਾਲ ਬੱਚੋ ਮੈਂ ਤੁਹਾਨੂੰ ਕੁਐਸਚਨਸ ਜਿਹੜੇ ਨਾਲ ਦੱਸ ਰਹੀ ਹਾਂ, ਤੁਸੀਂ ਆਪਣੇ ਆਨਸਰਸ ਜਿਹੜੇ ਆ ਉਹ ਲਿਖਦੇ ਜਾਣਾ ਕਾਪੀਜ਼ ਦੇ ਵਿੱਚ। ਤਾਂ ਹੁਣ ਗਰੀਬੀ ਜਿਹੜੀ ਹੈ ਸੋ ਦਾ ਸੰਬੰਧ ਜਿਹੜਾ ਉਹ ਕਿਸ ਦੇ ਨਾਲ ਹੈ, ਕਿਹਨੂੰ ਆਪਾਂ ਗਰੀਬ ਕਹਿੰਦੇ ਆ। ਸੋ ਜਿਹਦੇ ਕੋਲ ਆਮਦਨ ਘੱਟ ਹੋਵੇ, ਠੀਕ ਹੈ, ਆਰਥਿਕ ਸਰੋਤ ਜਿਹੜੇ ਉਹ ਘੱਟ ਹੋਣ, ਪਰਿਵਾਰ ਜਿਹੜਾ ਵੱਡਾ ਹੋਵੇ, ਮੰਨ ਲਓ ਕਮਾਉਣ ਵਾਲਾ ਇੱਕ ਵਿਅਕਤੀ ਹੋਵੇ, ਘੱਟ ਕਮਾਈ ਹੋਵੇ, ਤਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਉਹ ਗਰੀਬ ਹੈ ਵਿਅਕਤੀ ਜਿਹੜਾ। ਸੋ ਘੱਟ ਆਰਥਿਕ ਸਰੋਤ ਰੱਖਣ ਵਾਲੇ ਕਿਸੇ ਵਿਅਕਤੀ ਜਾਂ ਪਰਿਵਾਰ ਦੀ ਹਾਲਤ ਦੇ ਨਾਲ ਸੋ ਜਿਹੜਾ ਗਰੀਬੀ ਦਾ ਮਤਲਬ ਗਰੀਬੀ ਕਿਹਾ ਜਾਂਦਾ ਉਹਨੂੰ। ਅਸਲ ਦੇ ਵਿੱਚ ਕਹਿੰਦਾ ਲੋਕ ਜਿਹੜੇ ਆ ਉਹ ਭੋਜਨ, ਕੱਪੜਾ, ਮਕਾਨ, ਪੀਣ ਵਾਲਾ ਸਾਫ਼ ਪਾਣੀ, ਲੋੜੀਂਦੀਆਂ ਸਿਹਤ ਸਹੂਲਤਾਂ ਦੇ ਰੂਪ ਦੇ ਵਿੱਚ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਅਸਮਰਥ ਹੁੰਦੇ ਹਨ, ਤਾਂ ਅਸੀਂ ਉਹਨਾਂ ਨੂੰ ਗਰੀਬ ਕਹਿੰਦੇ ਹਾਂ। ਜਿਨ੍ਹਾਂ ਦੇ ਕੋਲ ਪੀਣ ਵਾਲਾ ਸਾਫ਼ ਪਾਣੀ ਨਹੀਂ ਹੈ, ਭੋਜਨ ਨਹੀਂ ਹੈ, ਕੱਪੜਾ ਨਹੀਂ ਹੈ, ਲੋੜੀਂਦੀਆਂ ਸਿਹਤ ਸਹੂਲਤਾਂ ਦੇ ਲਈ ਪੈਸਾ ਨਹੀਂ ਹੈ, ਤਾਂ ਉਹਨਾਂ ਨੂੰ ਆਪਾਂ ਗਰੀਬ ਕਹਿ ਸਕਦੇ ਹਾਂ। 2 ਵਕਤ ਦੀ ਰੋਟੀ ਦੀ ਜਿਹੜੀ ਥੁੜ ਹੈ ਗਰੀਬ ਦੀ ਇੱਕ ਅੰਤਿਮ ਸੀਮਾ ਹੈ, ਕਿ 2 ਵਕਤ ਦੀ ਰੋਟੀ ਜਿਹੜੀ ਉਹ ਵੀ ਉਹਨੂੰ ਮੁਸ਼ਕਿਲ ਹੋ ਜਾਂਦੀ ਹੈ। ਸੰਸਾਰ ਵਿੱਚ ਰਹਿ ਰਹੇ 600 ਕਰੋੜ ਲੋਕਾਂ ਦਾ 5ਵਾਂ ਹਿੱਸਾ ਗਰੀਬੀ ਰੇਖਾ ਤੋਂ ਥੱਲੇ ਹੈ, ਠੀਕ ਹੈ। ਸੋ ਗਰੀਬੀ ਰੇਖਾ ਤੋਂ ਥੱਲੇ 600 ਕਰੋੜ ਲੋਕਾਂ ਦਾ 5ਵਾਂ ਹਿੱਸਾ ਗਰੀਬੀ ਰੇਖਾ ਤੋਂ ਥੱਲੇ ਹੈ। ਇਹ ਲੋਕ ਅਫਰੀਕਾ, ਲਾਤੀਨੀ ਅਮਰੀਕਾ, ਏਸ਼ੀਆ ਦੇ ਵਿੱਚ ਰਹਿੰਦੇ ਹਨ, ਠੀਕ ਹੈ। ਸਾਰੀਆਂ ਕੰਟਰੀਜ਼ ਦੇ ਵਿੱਚ ਹੈ, ਇਕੱਲਾ ਇਹ ਨਹੀਂ ਹੈ ਕਿ ਅਫਰੀਕਾ, ਲਾਤੀਨੀ ਅਮਰੀਕਾ ਤੇ ਏਸ਼ੀਆ ਦੇ ਵਿੱਚ ਹੈ।
ਸੋ ਸਾਰੀ ਕੰਟਰੀਜ਼ ਵਿੱਚ ਗਰੀਬੀ ਜਿਹੜੀ ਹੈ ਉਹ ਹਰ ਥਾਵਾਂ ਦੇ ਉੱਤੇ ਹੈ। ਆਪਾਂ ਕਈ ਵਾਰੀ ਸੋਚਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਹੀ ਹੈ, ਠੀਕ ਹੈ। ਸੋ ਅਮਰੀਕਾ ਦੇ ਵਿੱਚ ਤੁਸੀਂ ਜਾਓਗੇ ਤਾਂ ਉੱਥੇ ਵੀ ਤੁਹਾਨੂੰ ਲੋਕ ਜਿਹੜੇ ਆ ਉਹ ਹੋਮਲੈਸ ਲੋਕ ਜਿਹੜੇ ਆ ਪਾਰਕਾਂ ਦੇ ਵਿੱਚ ਬੈਠੇ ਮਿਲਣਗੇ। ਤੁਹਾਨੂੰ ਇੰਗਲੈਂਡ ਦੇ ਵਿੱਚ ਵੀ ਮਿਲਣਗੇ। ਤੁਹਾਨੂੰ ਹਰ ਜਿਹੜੀ ਯੂਰਪੀਅਨ ਕੰਟਰੀ ਆ ਉਹਦੇ ਵਿੱਚ ਲੋਕ ਜਿਹੜੇ ਆ ਮਿਲਣਗੇ ਇਸ ਤਰ੍ਹਾਂ ਦੇ। ਤਾਂ ਗਰੀਬੀ ਇੱਕ ਦੇਸ਼ ਦੇ ਵਿਕਾਸ ਨੂੰ ਮੱਠਾ ਪਾ ਦਿੰਦੀ ਹੈ, ਠੀਕ ਹੈ। ਸੋ ਗਰੀਬੀ ਜਿਹੜੀ ਕਿਸੇ ਦੇਸ਼ ਦੇ ਵਿਕਾਸ ਦੇ ਵਿੱਚ ਇੱਕ ਰੋੜਾ ਹੈ, ਕਿਉਂਕਿ ਉਹ ਉੱਥੇ ਰਹਿ ਰਹੇ ਲੋਕ ਚਿਰਕਾਲੀਨ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ। ਜਿਹੜਾ ਗਰੀਬ ਬੰਦਾ ਹੈ ਉਹਦੇ ਬੱਚੇ ਜਿਹੜੇ ਆ ਉਹ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਆ। ਉਹਨਾਂ ਦੀ ਸਿਹਤ ਜਿਹੜੀ ਅੱਛੀ ਨਹੀਂ ਹੁੰਦੀ, ਉਹ ਸਕੂਲ ਦੇ ਵਿੱਚ ਨਹੀਂ ਜਾ ਪਾਉਂਦੇ ਆ ਪੜ੍ਹਨ ਦੇ ਲਈ, ਤੇ ਇਸ ਲਈ ਉਹ ਪਛੜ ਜਾਂਦੇ ਆ। ਫਿਰ ਤਾਂ ਉਹ ਦੇਸ਼ ਦੇ ਉੱਤੇ ਵੀ ਬੋਝ ਕਹਿ ਲਓ ਇੱਕ ਤਰ੍ਹਾਂ ਦਾ ਬਣ ਜਾਂਦੇ ਆ। ਤਾਂ ਹੁਣ ਲੋੜੀਂਦੀਆਂ ਸਿਹਤ ਸਹੂਲਤਾਂ ਤੱਕ ਵੀ ਉਹਨਾਂ ਦੀ ਪਹੁੰਚ ਨਹੀਂ ਹੁੰਦੀ। ਉਹਨਾਂ ਕੋਲ ਰੁਜ਼ਗਾਰ ਦੀ ਕੋਈ ਸਲਾਮਤੀ ਨਹੀਂ ਹੁੰਦੀ, ਕੁਝ ਵੀ ਨਹੀਂ ਹੁੰਦਾ। ਰੁਜ਼ਗਾਰ ਜਿਹੜਾ ਉਹ ਉਹਨਾਂ ਦੇ ਕੋਲ ਫਿਕਸ ਨਹੀਂ ਹੁੰਦਾ ਕਿ ਵੀ ਹਾਂ ਉਹਨਾਂ ਦੇ ਕੋਲ ਹੈਗਾ ਜੀ, ਉਹ ਮਤਲਬ ਹੁਣ ਕਮਾਉਂਦੇ ਰਹਿਣਗੇ ਔਰ ਉਹਨਾਂ ਦੀ ਨੌਕਰੀ ਲੱਗੀ ਹੋਈ ਹੈ। ਇੱਦਾਂ ਨਹੀਂ ਹੈ, ਅੱਜ ਨੌਕਰੀ ਹੈਗੀ ਹੈ ਕੱਲ੍ਹ ਨੂੰ ਛੁੱਟ ਜਾਏਗੀ। ਤੁਸੀਂ ਦੇਖਿਆ ਹੋਣਾ ਮਜ਼ਦੂਰ ਜਿਹੜੇ ਹੈ ਤਾਂ ਉਹ ਜਾ ਕੇ ਇੱਕ ਥਾਂ ਦੇ ਉੱਤੇ ਇਕੱਠੇ ਹੁੰਦੇ ਹੈ। ਕਈ ਵਾਰੀ ਉਹਨਾਂ ਨੂੰ ਉਸ ਦਿਨ ਦਾ ਮਜ਼ਦੂਰ ਦਾ ਕੰਮ ਮਿਲਦਾ, ਕਿਸੇ ਦਿਨ ਨਹੀਂ ਮਿਲਦਾ। ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਲੋਕਾਂ ਨੂੰ ਸਮਾਜ ਦੇ ਉੱਪਰ ਇੱਕ ਬੋਝ ਮੰਨਿਆ ਜਾਂਦਾ ਹੈ। ਤਾਂ ਫਿਰ ਜਿਹੜੇ ਵਿਕਸਿਤ ਦੇਸ਼ ਆ ਉਹਨਾਂ ਦੇ ਵਿੱਚ ਥੋੜ੍ਹਾ ਜਿਹਾ ਭੱਤਾ ਜਿਹੜਾ ਉਹ ਗਵਰਨਮੈਂਟ ਦਿੰਦੀ ਹੈ, ਪਰ ਵਿਕਾਸਸ਼ੀਲ ਦੇਸ਼ਾਂ ਦੇ ਕੋਲ ਇੰਨਾ ਪੈਸਾ ਨਹੀਂ ਹੁੰਦਾ ਕਿ ਉਹ ਹਰ ਗਰੀਬ ਵਿਅਕਤੀ ਨੂੰ ਜਿਹੜਾ ਬਿਠਾ ਕੇ ਖਿਲਾ ਸਕੇ, ਤਾਂ ਇਸ ਲਈ ਉਹ ਬੋਝ ਬਣ ਜਾਂਦਾ। ਉਸ ਤੋਂ ਬਾਅਦ ਵਸੋਂ ਵਿਸਫੋਟ, ਕੁਦਰਤੀ ਸਰੋਤਾਂ ਦੀ ਅਸਾਵੀ ਵੰਡ, ਮਤਲਬ ਕੁਦਰਤੀ ਸਰੋਤ ਜਿਹੜੇ ਨਾ ਉਹ ਮਤਲਬ ਕਿਸੇ ਥਾਂ ਦੇ ਉੱਤੇ ਜ਼ਿਆਦਾ, ਕਿਸੇ ਤੇ ਘੱਟ, ਤੇ ਸਿੱਖਿਆ ਸਹੂਲਤਾਂ ਅਤੇ ਰੁਜ਼ਗਾਰ ਮੌਕਿਆਂ ਦੀ ਕਮੀ ਜਿਹੇ ਕਾਰਕ ਗਰੀਬੀ ਦੇ ਮੁੱਖ ਕਾਰਕ ਹਨ। ਵਸੋਂ ਵਿਸਫੋਟ ਤਾਂ ਹੈ ਹੀ ਹੈ ਦੇਖੋ। ਸੋ ਵਸੋਂ ਜਿਹੜੀ ਹੈ ਜ਼ਰੂਰਤ ਤੋਂ ਜ਼ਿਆਦਾ ਹੁੰਦੀ ਹੈ, ਅਗਰ ਤਾਂ ਉਹਨੂੰ ਵਸੋਂ ਵਿਸਫੋਟ ਕਹਿੰਦੇ ਆਪਾਂ। ਔਰ ਕੁਦਰਤੀ ਸਰੋਤ ਜਿਹੜੇ ਆ ਉਹਨਾਂ ਦੀ ਵੰਡ ਜਿਹੜੀ ਹੈ ਉਹ ਤੁਸੀਂ ਦੇਖਿਆ ਹੋਣਾ ਕਿ ਕਈ ਜਿੱਦਾਂ ਅਰਬ ਕੰਟਰੀਜ਼ ਆ ਉੱਥੇ ਤੇਲ ਜ਼ਿਆਦਾ ਹੈ, ਉਹ ਲੋਕ ਕੁਝ ਵੀ ਨਹੀਂ ਕਰਦੇ ਪਰ ਅਮੀਰ ਹੈ, ਬਹੁਤ ਅਮੀਰ ਹੈ, ਸਿਰਫ ਤੇਲ ਦੇ ਸਰੋਤ ਉਹਨਾਂ ਦੇ ਕੋਲ ਹੈ। ਤਾਂ ਹੁਣ ਜੇ ਇਹ ਸਰੋਤ ਜਿਹੜੇ ਸਾਰੀਆਂ ਕੰਟਰੀਜ਼ ਦੇ ਵਿੱਚ ਹੁੰਦੇ ਤਾਂ ਫਿਰ ਹਰ ਕੰਟਰੀ ਜਿਹੜੀ ਉਹ ਅਮੀਰ ਹੁੰਦੀ। ਪਰ ਹੁਣ ਕੁਝ ਖਣਿਜਾਂ ਦਾ ਸਰੋਤ ਜਿਹੜਾ ਉਹ ਅਰਬ ਕੰਟਰੀਜ਼ 'ਚ ਨਹੀਂ ਹੈ, ਉਹ ਬਾਕੀ ਕੰਟਰੀਜ਼ 'ਚ ਹੈ। ਤਾਂ ਉਹਨਾਂ ਨੂੰ ਫਿਰ ਉੱਥੋਂ ਦੀ ਉਹ ਮੰਗਾਣੇ ਪੈਂਦੇ ਆ, ਚੀਜ਼ਾਂ ਜਿਹੜੀਆਂ ਮੰਗਾਉਣੀਆਂ ਪੈਂਦੀਆਂ। ਤਾਂ ਇਸ ਲਈ ਅਸਾਵੀ ਵੰਡ ਹੈ। ਸਿੱਖਿਆ ਸਹੂਲਤਾਂ ਅਤੇ ਰੁਜ਼ਗਾਰ ਮੌਕਿਆਂ ਦੀ ਕਮੀ ਜਿਹੜੇ ਹੈ ਇਹ ਗਰੀਬੀ ਦੇ ਮੁੱਖ ਕਾਰਨ ਹਨ। ਉਸ ਤੋਂ ਬਾਅਦ ਫਿਰ ਜੀਵਨ ਨਿਰਵਾਹ ਦੇ ਲਈ ਅਧਿਕ ਖਰਚਾ ਗਰੀਬੀ ਦਾ ਇੱਕ ਹੋਰ ਕਾਰਨ ਬਣ ਜਾਂਦਾ ਹੈ। ਭਾਰਤ ਸਮੇਤ ਕਈ ਹੋਰ ਵਿਕਾਸਸ਼ੀਲ ਦੇਸ਼ਾਂ ਦੀਆਂ ਸਰਕਾਰਾਂ ਗਰੀਬੀ ਘਟਾਉਣ ਤੇ ਲੋਕਾਂ ਦੇ ਸਿਹਤ ਸੁਧਾਰ ਦੇ ਲਈ ਆਪਣੇ ਸਾਲਾਨਾ ਬਜਟ ਦਾ ਇੱਕ ਵੱਡਾ ਹਿੱਸਾ ਖਰਚ ਕਰਦੀਆਂ ਹਨ, ਸਰਕਾਰਾਂ ਕਰਦੀਆਂ ਹੈ, ਠੀਕ ਹੈ। ਪਰ ਇਹ ਕਿ ਫਿਰ ਵੀ ਵਸੋਂ ਜਿਹੜੀ ਵਿਸਫੋਟ ਹੈ ਉਹਦੇ ਕਰਕੇ, ਵਸੋਂ ਵੱਧਦੇ ਕਰਕੇ ਲੋਕਾਂ ਦਾ ਜਿਹੜਾ ਜੀਵਨ ਪੱਧਰ ਹੈ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ। ਉਸ ਤੋਂ ਬਾਅਦ ਆਪਾਂ ਪਹੁੰਚੇ ਹੁਣ ਅਮੀਰੀ ਦੇ ਉੱਤੇ। ਗਰੀਬੀ ਹੋ ਗਈ। ਅਮੀਰੀ ਤੋਂ ਭਾਵ ਹੈ ਕਾਫੀ ਸਾਰਾ ਧਨ ਦੌਲਤ ਹੋਣਾ, ਠੀਕ ਹੈ। ਜੀਵਨ ਨਿਰਵਾਹ ਦੇ ਲਈ ਜਿੰਨਾ ਪੈਸਾ ਚਾਹੀਦਾ ਉਹਦੇ ਤੋਂ ਵੱਧ ਪੈਸਾ ਜਿਹੜਾ ਉਹ ਹੋਣਾ, ਠੀਕ ਹੈ। ਜਿਸ ਦੇ ਨਾਲ ਮਤਲਬ ਜੀਵਨ ਨਿਰਵਾਹ ਕੀਤਾ ਜਾ ਸਕੇ। ਇਸ ਲਈ ਅਮੀਰੀ ਕਿਸੇ ਦੇਸ਼ ਦੇ ਵਿਕਾਸ ਦੇ ਵਿੱਚ ਸਿੱਧੀ ਭੂਮਿਕਾ ਨਿਭਾਉਂਦੀ ਹੈ, ਕਿਉਂਕਿ ਵਿਕਾਸ ਦਾ ਹਰ ਪ੍ਰੋਜੈਕਟ ਜਿਹੜਾ ਕਾਫੀ ਸਾਰੇ ਧਨ ਦੀ ਮੰਗ ਕਰਦਾ ਹੈ। ਉਦਾਹਰਣ ਵਜੋਂ ਇੱਕ ਅਮੀਰ ਦੇਸ਼ ਨੂੰ ਡੈਮ ਦੀ ਉਸਾਰੀ ਕਰਨ ਦੇ ਲਈ ਕੋਈ ਸਮੱਸਿਆ ਨਹੀਂ ਹੁੰਦੀ ਹੈ, ਜਦੋਂ ਕਿ ਇੱਕ ਵਿਕਾਸਸ਼ੀਲ ਦੇਸ਼ ਆਰਥਿਕ ਤੰਗੀਆਂ ਦੇ ਕਾਰਨ ਇਸ ਬਾਰੇ ਸੋਚ ਵੀ ਨਹੀਂ ਸਕਦਾ। ਫਿਰ ਵੀ ਵਿਸ਼ਵ ਬੈਂਕ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੇ ਲਈ ਅਜਿਹੇ ਦੇਸ਼ਾਂ ਨੂੰ ਸੁਖਾਲੇ ਕਰਜ਼ੇ ਮੁਹੱਈਆ ਕਰਕੇ ਉਹਨਾਂ ਦੀ ਮਦਦ ਕਰਦਾ ਹੈ। ਬਹੁਤ ਸਾਰੇ ਜਿਹੜੇ ਵਿਕਾਸਸ਼ੀਲ ਦੇਸ਼ ਆ ਉਹਨਾਂ ਨੂੰ ਇਹ ਜਿਹੜੀ ਅੰਤਰਰਾਸ਼ਟਰੀ ਸੰਸਥਾ ਵਿਸ਼ਵ ਬੈਂਕ, ਉਹਦੇ ਤੋਂ ਫਿਰ ਕਰਜ਼ਾ ਮਿਲ ਜਾਂਦਾ ਹੈ। ਅਗਰ ਕੋਈ ਡੈਮ ਬਣਾਉਣਾ ਹੀ ਹੈ ਜਾਂ ਹੋਰ ਕੋਈ ਕੰਮ ਕਰਨਾ ਹੈ ਤਾਂ ਉਹਦੇ ਲਈ ਕਰਜ਼ਾ ਮਿਲ ਜਾਂਦਾ। ਤਾਂ ਅਮੀਰੀ ਜਿਹੜੀ ਹੈ ਉਹਦੇ ਨਾਲ ਵਿਅਕਤੀ ਜਿਹੜਾ ਕੋਈ ਵੀ ਕੰਮ ਜਿਹੜਾ ਕਰ ਸਕਦਾ। ਉਸ ਤੋਂ ਅਗਲਾ ਸਾਡਾ ਹੈਗਾ ਸਿੱਖਿਆ। ਨੈਕਸਟ ਸਿੱਖਿਆ। ਇਹ ਇੱਕ ਹੋਰ ਸਮਾਜਿਕ ਕਾਰਕ ਹੈ ਜਿਹੜਾ ਕਿਸੇ ਰਾਸ਼ਟਰ ਦੇ ਵਿਕਾਸ ਦੇ ਵਿੱਚ ਸਹਾਇਤਾ ਕਰਦਾ ਹੈ। ਇਹ ਆਪਾਂ ਪਹਿਲਾਂ ਵੀ ਪੜ੍ਹ ਲਿਆ ਥੋੜਾ ਜਿਹਾ। ਇਹ ਲੋਕਾਂ ਦਾ ਨਜ਼ਰੀਆ ਬਦਲਣ ਦੇ ਨਾਲ ਨਾਲ ਮਾਨਸਿਕ ਵਿਕਾਸ ਨੂੰ ਵੀ ਵਧਾਉਂਦਾ ਹੈ, ਠੀਕ ਹੈ। ਮਾਨਸਿਕ ਵਿਕਾਸ ਜਿਹੜਾ ਉਹ ਵਧੇਗਾ ਹੀ ਨੈਚੁਰਲੀ। ਜਦੋਂ ਬੱਚਾ ਜਿਹੜਾ ਪੜ੍ਹਦਾ ਹੈ ਤਾਂ ਉਹਦਾ ਮਾਨਸਿਕ ਵਿਕਾਸ ਜਿਹੜਾ ਉਹ ਜ਼ਿਆਦਾ ਅੱਛਾ ਹੁੰਦਾ ਹੈ। ਉਹ ਨਵੇਂ ਸਰੋਤ ਵਿਕਸਿਤ ਕਰਨ ਦੇ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਸਮਰਥ ਹੋ ਜਾਂਦਾ ਹੈ ਅਤੇ ਇਹ ਸਰੋਤ ਯਕੀਨਨ ਹੀ ਰਾਸ਼ਟਰ ਦੇ ਆਰਥਿਕ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਸਿੱਖਿਆ ਲੋਕਾਂ ਨੂੰ ਉਹਨਾਂ ਦੀਆਂ ਨਿੱਜੀ ਤੇ ਰਾਸ਼ਟਰੀ ਸਮੱਸਿਆਵਾਂ ਬਾਬਤ ਜਾਗਰੂਕ ਕਰਦੀ ਹੈ। ਜਦੋਂ ਵੀ ਹੁਣ ਤੁਸੀਂ ਕਿਤੇ ਵੀ ਕੋਈ
ਟੀਵੀ ਦੇ ਉੱਤੇ ਡਿਬੇਟ ਦੇਖਦੇ ਹੋ ਤਾਂ ਤੁਸੀਂ ਤੁਹਾਡੇ ਦਿਮਾਗ ਦੇ ਵਿੱਚ ਵੀ, ਅਗਰ ਬੱਚਾ ਜਿਹੜਾ ਪੜ੍ਹਿਆ ਲਿਖਿਆ ਤਾਂ ਉਹਦੇ ਦਿਮਾਗ ਦੇ ਵਿੱਚ ਵੀ ਕਈ ਗੱਲਾਂ ਆਉਂਦੀਆਂ, ਕਈ ਪ੍ਰਸ਼ਨ ਆਉਂਦੇ ਆ ਜਿਹੜੇ ਉਹ ਫਿਰ ਆਪਣੀ ਕਦੀ ਟੀਚਰਸ ਤੋਂ ਪੁੱਛਦਾ, ਕਦੀ ਆਪਣੀ ਉਹ ਨਾਲ ਦੇ ਬੱਚਿਆਂ ਦੇ ਨਾਲ ਡਿਸਕਸ ਕਰਦਾ। ਮਤਲਬ ਉਹਦਾ ਜਿਹੜੀ ਮਾਨਸਿਕ ਵਿਕਾਸ ਹੈ ਉਹ ਵੀ ਹੁੰਦਾ ਹੈ ਤੇ ਉਹ ਰਾਸ਼ਟਰੀ ਸਮੱਸਿਆਵਾਂ ਤੇ ਨਿੱਜੀ ਸਮੱਸਿਆਵਾਂ ਦੇ ਲਈ ਜਾਗਰੂਕ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਸਿੱਖਿਅਤ ਪਰਿਵਾਰ ਦਾ ਆਕਾਰ 1 ਜਾਂ 2 ਬੱਚਿਆਂ ਤੱਕ ਸੀਮਤ ਰਹਿੰਦਾ ਹੈ। ਕਿਸੇ ਰਾਸ਼ਟਰ ਦੇ ਸਮੁੱਚੇ ਵਿਕਾਸ ਤੇ ਖੁਸ਼ਹਾਲੀ ਦੇ ਲਈ ਲੋਕਾਂ ਦੀ ਅਪਾਰ ਸਮਰੱਥਾ ਨੂੰ ਨਿਯੰਤਰਿਤ ਕਰਨ ਦੇ ਲਈ ਵੱਖ-ਵੱਖ ਖੇਤਰਾਂ ਦੇ ਵਿੱਚ ਕਿੱਤਾ-ਮੁਖੀ ਸਿੱਖਿਆ ਅਤੇ ਕਿੱਤਾ-ਮੁਖੀ ਸਿੱਖਿਆ ਸਮਝ ਗਏ ਨਾ, ਵੋਕੇਸ਼ਨਲ ਐਜੂਕੇਸ਼ਨ ਅਤੇ ਪ੍ਰਯੋਗੀ ਸਿਖਲਾਈ, ਜਿਹਨੂੰ ਅਸੀਂ ਪ੍ਰੈਕਟੀਕਲਸ ਬੋਲਦੇ ਹਾਂ, ਨੂੰ ਵੀ ਵਰਤਿਆ ਜਾ ਸਕਦਾ ਹੈ। ਸਿੱਖਿਆ ਲੋਕਾਂ ਦੇ ਵਿੱਚ ਇੱਕ ਵਿਗਿਆਨਿਕ ਦ੍ਰਿਸ਼ਟੀਕੋਣ ਪੈਦਾ ਕਰਦੀ ਹੈ। ਉਹ ਵਿਚਾਰਸ਼ੀਲ ਨਜ਼ਰੀਏ ਤੇ ਖੁੱਲੇ ਵਿਚਾਰਾਂ ਵਾਲੇ ਬਣ ਜਾਂਦੇ ਹਨ। ਜਿਹੜੇ ਲੋਕ ਸਿੱਖਿਅਤ ਹੁੰਦੇ ਉਹ ਖੁੱਲੇ ਵਿਚਾਰਾਂ ਵਾਲੇ ਹੁੰਦੇ ਆ, ਮਤਲਬ ਉਹ ਹਰ ਤਰ੍ਹਾਂ ਦੀ ਵਿਚਾਰਧਾਰਾ ਨੂੰ ਅਪਣਾਉਂਦੇ ਆ, ਸੁਣਦੇ ਆ ਐਟਲੀਸਟ। ਕਿਸੇ ਸਥਿਤੀ ਨੂੰ ਗਹਿਰਾਈ ਦੇ ਨਾਲ ਵਿਚਾਰਨ ਦੇ ਉਪਰੰਤ ਸੂਝਵਾਨ ਫੈਸਲਾ ਲੈਣ ਦੇ ਵਿੱਚ ਇਹ ਉਹਨਾਂ ਦੀ ਮਦਦ ਕਰਦੀ ਹੈ। ਸਿੱਖਿਆ ਜਿਹੜੀ ਹੈ, ਸਿੱਖਿਆ ਲੋਕਾਂ ਦੀ ਇੱਕ ਦੂਸਰੇ ਦੇ ਪ੍ਰਤੀ ਸਹਿਣਸ਼ੀਲਤਾ ਨੂੰ ਵੀ ਵਧਾਉਂਦੀ ਹੈ ਅਤੇ ਵੱਖ-ਵੱਖ ਧਰਮਾਂ ਤੇ ਸੱਭਿਆਚਾਰ ਦੇ ਬਾਵਜੂਦ ਵੀ ਉਹ ਮਿਲ ਕੇ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਤੇ ਇਹ ਹੈ ਬੱਚੋ ਅਸੀਂ ਜਿਹੜਾ ਸਿੱਖਿਆ, ਗਰੀਬੀ, ਅਮੀਰੀ ਅਤੇ ਸਿੱਖਿਆ। ਤਾਂ ਅੱਜ ਦਾ ਜਿਹੜਾ ਸਾਡਾ ਲੈਕਚਰ ਹੈ ਉਹ ਆਪਾਂ ਇੱਥੇ ਹੀ ਖ਼ਤਮ ਕਰਦੇ ਹਾਂ, ਔਰ ਜਿਹੜੇ ਬਾਕੀ ਜਿਹੜੇ ਸਾਡੇ ਇਹਦੇ ਵਿੱਚ ਕਾਰਕ ਬਚੇ ਹੈ ਉਹਨਾਂ ਨੂੰ ਆਪਾਂ ਅਗਲੇ ਲੈਕਚਰ ਦੇ ਵਿੱਚ ਪੜ੍ਹਾਂਗੇ। ਸੋ ਥੈਂਕ ਯੂ ਸਟੂਡੈਂਟਸ, please subscribe my channel and like and share the video.